ਸਤਿ ਸ਼੍ਰੀ ਅਕਾਲ। ਤੁਸੀਂ ਜੁੜ ਚੁੱਕੇ ਹੋ ਜਸ ਟੀਵੀ ਦੇ ਨਾਲ ਤੇ ਸ਼ੁਰੂ ਕਰਨ ਲੱਗੇ ਹਾਂ ਪ੍ਰੋਗਰਾਮ ਕੀ ਚਾਹੁੰਦਾ ਹੈ ਪੰਜਾਬ, ਲੱਭੀਏ ਇਹੋ ਜਵਾਬ। ਵਿਧਾਨ ਸਭਾ ਚੋਣਾਂ ਦੇ ਵਿੱਚ ਚੰਦ ਕੁ ਦਿਨ ਰਹਿ ਗਏ ਨੇ, ਜਾਂ ਕਹਿ ਲਈਏ ਹੁਣ ਹਫ਼ਤਿਆਂ ਦੀ ਖੇਡ ਹੈ। ਹੁਣ ਤੋਂ 2 ਹਫ਼ਤਿਆਂ ਦੇ ਬਾਅਦ ਪੰਜਾਬ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਉਸ ਤੋਂ ਬਾਅਦ ਥੋੜ੍ਹਾ ਜਿਹਾ ਟਕਾ ਆਏਗਾ, ਕਿਉਂਕਿ ਵੋਟਾਂ ਅਤੇ ਗਿਣਤੀ ਦੇ ਵਿਚਾਲੇ ਕੁਝ ਸਮਾਂ ਲੀਡਰ ਔਰ ਸਿਆਸੀ ਪਾਰਟੀਆਂ ਵੀ ਆਰਾਮ ਕਰ ਲੈਣਗੀਆਂ ਔਰ ਜਨਤਾ ਵੀ ਇਸ ਉਡੀਕ ਦੇ ਵਿੱਚ ਹੋਏਗੀ ਕਿ ਉਸਨੇ ਜਿਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਕਿ ਉਹ ਫੈਸਲਾ ਸਹੀ ਨਿੱਤਰ ਕੇ ਸਾਹਮਣੇ ਆਉਂਦਾ ਹੈ ਜਾਂ ਨਹੀਂ ਆਉਂਦਾ। ਅਸੀਂ ਯਾਨੀ ਕਿ ਜਸ ਟੀਮ ਜਸ ਪੰਜਾਬੀ ਨੇ ਆਪਣੇ ਵੱਖ-ਵੱਖ ਪੱਤਰ ਪ੍ਰੇਰਕ ਸਾਥੀਆਂ ਦੇ ਰਾਹੀਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਆਮ ਲੋਕਾਂ ਦੀਆਂ ਪਰੇਸ਼ਾਨੀ ਦੀਆਂ ਸਬੱਬ ਬਣਦੇ ਜਿਹੜੇ ਮਸਲੇ ਨੇ, ਜਿਹੜੇ ਮੁੱਦੇ ਨੇ, ਉਹਨਾਂ ਦੇ ਉੱਤੇ ਆਧਾਰਿਤ ਗੱਲਬਾਤ ਕੀਤੀ ਤੇ ਉਸੇ ਗੱਲਬਾਤ ਦੇ ਵਿੱਚੋਂ ਇਹ ਪ੍ਰੋਗਰਾਮ ਨਿਕਲ ਕੇ ਆਉਂਦਾ ਹੈ ਕੀ ਚਾਹੁੰਦਾ ਹੈ ਪੰਜਾਬ। ਪਰ ਇਸ ਦੇ ਵਿੱਚ ਮਹੱਤਵਪੂਰਨ ਪਹਿਲੂ ਤੇ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਪੰਜਾਬ ਦੇ ਵਿੱਚ ਇਸ ਵਕਤ ਰਾਜਨੀਤਿਕ ਹਲਚਲ ਬਹੁਤ ਵੱਡੇ ਪੱਧਰ ਦੇ ਉੱਤੇ ਦੇਖ ਰਹੇ ਹਾਂ। ਪਹਿਲਾਂ ਜਿੱਥੇ ਮੁਕਾਬਲਾ 2 ਰਵਾਇਤੀ ਧਿਰਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਦੇ ਗੱਠਜੋੜ ਅਤੇ ਕਾਂਗਰਸ ਦੇ ਵਿਚਾਲੇ ਹੁੰਦਾ ਸੀ, ਹੁਣ ਜਿਹੜੇ ਮੁਕਾਬਲੇ ਨੇ ਉਹ ਬੜੇ ਬੇਤਰਤੀਬੇ ਜਿਹੇ ਹੋਏ ਨਜ਼ਰ ਆਉਂਦੇ ਨੇ। ਚੌਂ ਖੂੰਜੀ ਮੁਕਾਬਲਿਆਂ ਤੋਂ ਵੀ ਗਾਂਹ ਵੱਧ ਕੇ ਗੱਲ ਹੋ ਗਈ ਹੈ। ਸਿਆਸੀ ਪਾਰਟੀਆਂ ਦੇ ਵਿੱਚੋਂ ਹੁਕਮਰਾਨ ਧਿਰ ਇਸ ਵਕਤ ਕਾਂਗਰਸ, ਉਧਰੋਂ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲੋਂ ਅਲੱਗ ਹੋ ਕੇ ਲੜ ਰਹੀ ਹੈ, ਉਧਰ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਨਾਲ ਗੱਠਜੋੜ ਕਰਕੇ ਲੜ ਰਹੀ ਹੈ। 4 ਧਿਰਾਂ ਤਾਂ ਇਹ ਹੋ ਗਈਆਂ। 5ਵੀਂ ਧਿਰ ਦੇ ਰੂਪ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਔਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸੁਖਦੇਵ ਸਿੰਘ ਢੀਂਡਸਾ ਹੋਰੀ ਭਾਜਪਾ ਨਾਲ ਚਲੇ ਗਏ ਨੇ। ਉਧਰੋਂ ਨਵੀਂ ਧਿਰ ਦੇ ਰੂਪ ਦੇ ਵਿੱਚ ਆਏ ਕਿਸਾਨ ਸੰਯੁਕਤ ਸਮਾਜ ਮੋਰਚਾ ਅਤੇ ਬਾਕੀ ਰਹਿ ਗਏ ਆਜ਼ਾਦ ਉਮੀਦਵਾਰ। ਪਰ ਇਹ ਸਾਰਿਆਂ ਦੇ ਵਿਚਾਲੇ ਮੁੱਦਿਆਂ ਦੀ ਸਿਆਸਤ ਗਾਇਬ ਹੈ। ਮੁੱਦਿਆਂ ਦੀ ਸਿਆਸਤ ਇਸ ਕਰਕੇ ਗਾਇਬ ਕਿ ਸ਼ਾਇਦ ਰਾਜਨੀਤਿਕ ਧਿਰਾਂ ਔਰ ਰਾਜਨੀਤਿਕ ਲੀਡਰਾਂ ਨੂੰ ਸਮਝ ਆ ਚੁੱਕਿਆ ਹੈ ਕਿ ਲੋਕ ਮੁੱਦਿਆਂ ਦੇ ਆਧਾਰਿਤ ਨਾ ਤਾਂ ਸਿਆਸਤ ਵੇਖਣੀ ਚਾਹੁੰਦੇ ਨੇ ਤੇ ਨਾ ਹੀ ਦੇਸ਼ ਜਾਂ ਦੇਸ਼ ਦੇ ਮਸਲਿਆਂ ਨੂੰ ਹੱਲ ਕਰਵਾਉਣਾ ਚਾਹੁੰਦੇ ਆ। ਪਰ ਫਿਰ ਵੀ ਜਸ ਪੰਜਾਬੀ ਇਹ ਕੋਸ਼ਿਸ਼ ਕਰੇਗਾ ਕਿ ਆਵਾਮ ਦੀ ਆਵਾਜ਼, ਲੋਕਾਂ ਦੀ ਆਵਾਜ਼, ਲੋਕ ਕੀ ਚਾਹੁੰਦੇ ਨੇ ਤੇ ਕੀ ਚਾਹੁੰਦਾ ਹੈ ਪੰਜਾਬ। सरकार किस तरह चाहिए दोनों पंजाब? सरकार उस तरह की चाहिए जो इस देश में एक अच्छा बदलाव लाए। जैसे बेरोज़गारी है तो बेरोज़गारी हटाए, नशा मुक्त सोसाइटी होनी चाहिए और एजुकेशन सिस्टम पे काफ़ी ज़्यादा ध्यान देना चाहिए। और जो अच्छी सरकार जो झूठे वादे ना करे, एक ऐसी सरकार चाहिए जो इस देश को आगे लेके जाए। मैं चाहती हूँ कि जो हमारे हलके का जो भी उम्मीदवार हो वो हर चीज़ का ध्यान रखे, चाहे वो पढ़ाई हो, जैसे कि आजकल देश में बहुत ज़्यादा अनएम्प्लॉयमेंट हो रही है। मैं चाहती हूँ कि हर बंदे को जॉब मिले ताकि हर बंदा अपना खर्चा खुद उठा सके। एजुकेशन पे ध्यान दिया जाए, सफाई पे ध्यान दिया जाए और रोज़गार सबको मिले। मैं यही चाहती हूँ कि हर कोई अपने घर में आराम से रहे और रोटी पानी सबको मिले, क्योंकि कोरोना के टाइम में लोगों को काफ़ी मुश्किलें आई, तो रोज़गार इस टाइम पे सबसे ज़्यादा ज़रूरी है। सर सरकार सानू चाहिए जो महंगाई नू बिल्कुल स्टॉप करके, जी इन्नी महंगाई होती है कम करके जो साडियां लोड़मंद जरूरतां ने साडियां उन्होंने पूरा किया जाए। सरकार वो चाहिए जी साडे आने वाले भविख बारे, एजुकेशन बारे सानू वधिया एजुकेशन मिले तो महंगाई तो सानू छुटकारा। सरकार सानू ईमानदार चाहिए है, काम करने वाली चाहिए है, जी लोगों की भलाई का काम करे, लोगों की गल्लां सुने, लोगों नाल झूठे वादे ना करन, गलत काम ना करन, सही काम करन, भ्रष्टाचार ना करे। सरकार कोई भी काम इदां दा होण कि जिहड़े लोगों नूं पसंद आण, तां ही लोग वोट पाउणगे। सारी कांग्रेस अपना अकाली दल दोनों सरकारां बहुत खराब हैगियां वा। हुण आम आदमी पार्टी आ जाए तो ज़्यादा वधिया। ਹਲਕੇ ਦਾ ਉਮੀਦਵਾਰ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਲੋਕਾਂ ਦੀ ਸਮੱਸਿਆਵਾਂ ਨੂੰ ਪੂਰੇ 5 ਸਾਲ ਸੁਣੇ, ਨਾ ਕਿ ਖਾਲੀ ਜਿਹੜਾ ਇਲੈਕਸ਼ਨ ਦਾ ਟਾਈਮ ਆਉਂਦਾ ਉੱਥੇ ਸਾਰੇ ਉਮੀਦਵਾਰ ਖੜੇ ਹੋ ਜਾਂਦੇ ਨੇ, ਤੁਸੀਂ ਸਾਨੂੰ ਵੋਟ ਪਾਓ, ਅਸੀਂ ਤੁਹਾਡੀ ਸਮੱਸਿਆਵਾਂ ਨੂੰ ਹੱਲ ਕਰਾਂਗੇ। ਬਟ ਜਿਹੜੀ ਆਪਾਂ ਉਸ ਤੋਂ ਬਾਅਦ ਦੀ ਗੱਲ ਕਰੀਏ, 4 ਸਾਲ ਇਹ ਉਮੀਦਵਾਰ ਕਿੱਥੇ ਹੁੰਦੇ ਨੇ ਪਤਾ ਨਹੀਂ ਲੱਗਦਾ। ਭਾਵੇਂ ਬੰਦਾ ਹਾਰੇ ਭਾਵੇਂ ਜਿੱਤੇ, ਜੇ ਬੰਦਾ ਰਾਜਨੀਤੀ ਦੇ ਵਿੱਚ ਆ ਰਿਹਾ ਤਾਂ ਘੱਟੋ ਘੱਟ ਉਹਨਾਂ ਨੂੰ ਇੰਨਾ ਤਾਂ ਹੋਣਾ ਚਾਹੀਦਾ ਕਿ ਭਾਵੇਂ ਉਹ ਨਹੀਂ ਵੀ ਜਿੱਤੇ ਤਾਂ ਵੀ ਉਹਨਾਂ ਨੂੰ ਲੋਕਾਂ ਨੂੰ ਸਰਵਿਸ ਦੇਣੀ ਚਾਹੀਦੀ। ਜਿਹੜਾ ਬੰਦਾ ਜਿੱਤ ਗਿਆ ਉਹਨੂੰ ਵੀ ਸਰਵਿਸ ਦੇਣੀ ਚਾਹੀਦੀ। ਜਿਹੜਾ ਇਹ 3 ਸਾਲ 3.5 ਸਾਲ 4 ਸਾਲ ਦਾ ਗੈਪ ਪੈ ਜਾਂਦਾ
ਉਹ ਕੰਟੈਸਟੈਂਟਸ ਨੂੰ ਦੇਖਣਾ ਚਾਹੀਦਾ ਕਿ ਉਹ ਪਬਲਿਕ ਦੇ ਵਿੱਚ ਵਿਚਰਨ। ਖਾਲੀ ਵੋਟ ਵੇਲੇ ਆ ਕਰਕੇ ਵੋਟ ਮੰਗਣੀ ਤੇ ਮੈਨੂੰ ਜਿਤਾ ਦਿਓ ਤਾਂ ਅਸੀਂ ਆ ਕਰਾਂਗੇ, ਖਾਲੀ ਖੋਖਲੇ ਦਾਅਵੇ ਨਹੀਂ ਹੋਣੇ ਚਾਹੀਦੇ। ਇਹੋ ਜਿਹਾ ਕੈਂਡੀਡੇਟ ਸਾਨੂੰ ਚਾਹੀਦੇ ਅਸੀਂ ਚਾਹੁੰਦੇ ਹਾਂ। ਕੈਂਡੀਡੇਟ ਦੇਖੋ ਜੀ ਸਾਫ਼ ਸੁਥਰਾ ਹੋਣਾ ਚਾਹੀਦਾ। ਪਹਿਲੀ ਗੱਲ ਤਾਂ ਪੰਜਾਬ ਦੀ ਸੋਚ ਰੱਖਣ ਵਾਲਾ ਬੰਦਾ ਹੋਣਾ ਚਾਹੀਦਾ, ਜਿਹੜਾ ਪੰਜਾਬ ਦੇ ਭਲੇ ਬਾਰੇ ਸੋਚੇ, ਆਪਦੇ ਭਲੇ ਬਾਰੇ ਨਾ ਸੋਚੇ। ਪਰ ਇਹ ਕੈਂਡੀਡੇਟ ਮਿਲਣੇ ਮੁਸ਼ਕਿਲ ਹੀ ਹੈ, ਲੱਗਦਾ ਤਾਂ ਹਜੇ ਤੱਕ ਆਈ ਹੈ ਜਿਹੜੇ ਪਾਰਟੀ ਨੇ ਖੜੇ ਕੀਤੇ ਹੈਗੇ, ਘੱਟ ਹੀ ਸੰਭਾਵਨਾ ਇਹੋ ਜਿਹੇ ਕੈਂਡੀਡੇਟ ਮਿਲਣਗੇ। ਫਿਰ ਕਿੱਥੋਂ ਭਾਲਾਂਗੇ ਇਹੋ ਜਿਹੇ ਆਪਾਂ? ਦੇਖੋ ਆਉਣੇ ਤਾਂ ਇਹੋ ਜਿਹੇ ਕੈਂਡੀਡੇਟ ਯੂਥ 'ਚੋਂ ਹੀ ਅੱਗੇ ਆਉਣੇ ਚਾਹੀਦੇ ਨੇ, ਅਤੇ ਦੂਜਾ ਪਾਰਟੀਆਂ ਵੀ ਮਾੜਾ ਮੋਟਾ ਦੇਖ ਕੇ ਟਿਕਟ ਟੁਕਟ ਦੇਣ। ਪਰ ਉਹੀ ਹੈ, ਮੁਸ਼ਕਿਲ ਹੀ ਲੱਗਦਾ ਐਤਕੀ ਤਾਂ ਕੰਮ। ਸਾਰੇ ਦਲ ਬਦਲੂ ਜਿਹੇ ਹੀ ਨੇ ਜਿਹੜੇ ਹੈਗੇ ਨੇ। ਜੇ ਆਪਾਂ ਪਿਛਲੇ 5 ਸਾਲ ਦੀ ਗੱਲ ਕਰ ਲਈਏ, ਵਾਅਦੇ ਵੱਡੇ ਕੀਤੇ ਸੀ ਸਰਕਾਰ ਨੇ, ਹੋਇਆ ਕੁਛ? ਨਾ ਕੁਛ ਨਹੀਂ ਹੋਇਆ। ਉਹੀ ਕੰਮ ਚੱਲਦਾ ਹੁੰਦਾ, ਸਰਕਾਰਾਂ ਬਦਲਦੀਆਂ ਬਸ। ਪਾਰਟੀਆਂ ਦਾ ਜੀ ਦੇਖੋ ਬੁਰਾ ਹਾਲ ਆ ਜੀ। ਪਹਿਲਾਂ ਵੀ ਸਾਡੇ ਬਹੁਤ ਸਾਲ ਹੋ ਗਏ ਵੀ ਕਿਸੇ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ। ਤੂੰ ਇਸ ਕੀ ਜਿੱਥੇ ਤੱਕ ਲੋਕਾਂ ਦੀ ਸੋਚ ਆ ਜਿਹੜੀ ਆਮ ਪਾਰਟੀ ਉਹਨੂੰ ਤੋਂ ਅੱਗੇ ਲਿਆਉਣ ਦੀ ਸੰਭਾਵਨਾ ਗਈ ਪੂਰੀ। ਤੇ ਜੇ ਕੀ ਆ ਵੀ ਕੋਈ ਲੋਕਾਂ ਦਾ ਕੰਮ ਕੋਈ ਨਾ ਕੋਈ ਸੁਧਾਰ ਸਕੇ। ਤੇ ਬਾਕੀ ਪਹਿਲਾਂ ਤਾਂ ਜੀ ਤੁਹਾਨੂੰ ਪਤਾ ਹੀ ਹੈ ਜੀ, ਪਹਿਲਾਂ ਕਿਸੇ ਪਾਰਟੀ ਨੇ ਸਾਡੇ ਜਿਹੜੇ ਪੁਰਾਣੀ ਪੀੜ੍ਹੀ ਸੀ, ਆਉਣ ਵਾਲੇ ਪਿਛਲੇ ਬੱਚਿਆਂ ਦੇ ਵਿੱਚ ਕਰਜ਼ਾ ਹੀ ਲੈਣਾ ਜੀ। ਹਰਜੀਤ ਸਿੰਘ ਜੀ, ਇਲੈਕਸ਼ਨ ਹੋਣ ਜਾ ਰਹੀ ਹੈ 20 ਤਰੀਕ ਨੂੰ, ਕਿਹੜੀ ਪਾਰਟੀ ਦੀ ਸਰਕਾਰ ਤੇ ਕਿਹੋ ਜਿਹਾ ਆਪਣਾ ਉਮੀਦਵਾਰ ਹੋਣਾ ਚਾਹੀਦਾ? ਉਮੀਦਵਾਰ ਤਾਂ ਜੀ ਦੇਖੋ 70 ਸਾਲ ਹੋ ਗਏ ਸਾਨੂੰ ਉਮੀਦਵਾਰ ਦੇਖਦੇ ਹਨ, ਤੇ ਇਸ ਤਰ੍ਹਾਂ ਦੀਆਂ ਸਥਿਤੀਆਂ ਬਣਦੀਆਂ ਨੇ ਵੀ ਜੇ ਕੋਈ ਪੰਜਾਬ ਦੇ ਭਲੇ ਵਾਲਾ ਉਮੀਦਵਾਰ ਹੋਵੇ ਤੇ ਉਸ ਜਿਹੇ ਉਮੀਦਵਾਰਾਂ ਦਾ ਗਰੁੱਪ ਬਣ ਕੇ ਸਰਕਾਰ ਬਣੇ, ਪੰਜਾਬ ਦਾ ਫਾਇਦਾ ਹੋਵੇ। ਕਿਉਂ ਸਥਿਤੀਆਂ ਇਹ ਬਣ ਗਈਆਂ ਵੀ ਜਿਹੜੇ ਉਮੀਦਵਾਰ ਸਾਡੇ ਕੋਲ ਹਰ 5 ਸਾਲ ਬਾਅਦ ਵਾਅਦਾ ਹੀ ਕਰਦੇ ਨੇ, ਗੱਲਾਂ ਕਰਦੇ ਨੇ, ਐਲਾਨ ਕਰਦੇ ਨੇ, ਉਹ ਕਦੇ ਪੂਰਤੀ ਨਹੀਂ ਹੋਈ। ਕਿਉਂਕਿ ਆਪਾਂ ਵਾਰ-ਵਾਰ ਦੇਖਦੇ ਹਾਂ ਹੁਣ ਤਾਂ ਸਥਿਤੀ ਇਹ ਆ ਗਈ ਵੀ ਇਹਨਾਂ ਦੇ ਮੁੱਖ ਮੰਤਰੀ ਵੀ ਗੱਦੀਆਂ ਤੋਂ ਲਾਹ ਦਿੱਤੇ ਜਾਂਦੇ ਨੇ ਉਹ ਵਾਅਦਿਆਂ ਦੇ ਖਿਲਾਫ ਹੀ। ਉਸ ਤਰ੍ਹਾਂ ਦੀ ਅਸੀਂ ਤਾਂ ਇਸ ਤਰ੍ਹਾਂ ਦੇ ਉਮੀਦਵਾਰ ਚਾਹੁੰਦੇ ਹਾਂ ਜੀ ਵੀ ਜਿਹੜੇ ਕੋਈ ਪੰਜਾਬ ਦਾ ਵਿਕਾਸ ਕਰਨ। ਵਿਕਾਸ ਐਜੂਕੇਸ਼ਨ ਨਾਲ ਹੀ ਹੋਊਗਾ। ਬੜੇ ਦੁੱਖ ਦੀ ਗੱਲ ਹੈ ਵੀ 1.25 ਮਹੀਨਾ ਹੋ ਗਿਆ, ਤੀਜੇ ਸਾਲ ਪ੍ਰੀਖਿਆਵਾਂ ਦੇ ਦੌਰਾਨ ਸਕੂਲ ਬੰਦ ਨੇ। ਸਕੂਲਾਂ ਦੀ ਖੋਲ੍ਹਣ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ। ਘਰ ਘਰ ਜਾ ਰਹੇ ਨੇ ਵਿਧਾਇਕ, ਸਕੂਲਾਂ ਨੂੰ ਤਾਲੇ ਲੱਗੇ ਹੋਏ ਨੇ, ਤੇ ਉਹੀ ਬੱਚੇ ਉਹਨਾਂ ਦੇ ਮੂਹਰੇ ਬੈਠ ਕੇ ਪੰਗਤਾਂ ਬਣਾਉਂਦੇ ਨੇ। ਫਿਰ ਇਹਦਾ ਮਤਲਬ ਬੱਚਿਆਂ ਨੂੰ ਇਕੱਲੇ ਅਧਿਆਪਕਾਂ ਤੋਂ ਦੂਰ ਕੀਤਾ ਗਿਆ ਜਦੋਂ ਗਰੁੱਪ ਦੇ ਵਿੱਚ ਉੱਥੇ ਬੈਠਦੇ ਨੇ। ਤੇ ਅਸੀਂ ਤਾਂ ਇਹੀ ਮੰਗ ਕਰਾਂਗੇ ਵੀ ਇਸ ਤਰ੍ਹਾਂ ਦਾ, ਮੈਂ ਤਾਂ ਲੋਕਾਂ ਨੂੰ ਵੀ ਇਸ ਤਰ੍ਹਾਂ ਦੀ ਅਪੀਲ ਕਰੂੰਗਾ ਵੀ ਉਹ ਕੋਈ ਇਸ ਤਰ੍ਹਾਂ ਦਾ ਜਿਹੜਾ ਸੱਥ ਦੇ ਵਿੱਚ ਖੜ੍ਹ ਕੇ ਹਿੱਕ ਥਾਪੜ ਕੇ ਪੰਜਾਬ ਦੇ ਭਲੇ ਦੀ ਗੱਲ ਕਰੇ, ਉਸ ਤਰ੍ਹਾਂ ਦੇ ਉਮੀਦਵਾਰਾਂ ਦੀ ਚੋਣ ਕਰੋ, ਉਸ ਤਰ੍ਹਾਂ ਦੀ ਸਰਕਾਰ ਬਣੇ। ਨਹੀਂ ਪੰਜਾਬ ਹੈ ਜਿਹੜਾ ਹਰ ਸਾਲ ਅੱਗੇ ਵਧਣ ਦੀ ਥਾਂ ਸਨ ਜ਼ਰੂਰ ਵੱਧ ਰਿਹਾ, 2022 ਆ ਗਿਆ, ਗੱਲ ਕਰ ਪੰਜਾਬ ਉਹਨਾਂ ਪਿੱਛੇ ਜਾ ਰਿਹਾ। ਮੈਨੂੰ ਤਾਂ ਇਹ ਲੱਗਦਾ ਵੀ ਪੰਜਾਬ 1947 ਤੋਂ ਵੀ ਪਿੱਛੇ ਚਲਾ ਗਿਆ। ਇਸ ਤਰ੍ਹਾਂ ਦੀ ਸਥਿਤੀ ਹੈ ਤੇ ਅਗਲੇ ਸਾਲਾਂ ਦੇ ਦੌਰਾਨ ਜੇ ਅਸੀਂ ਫੈਸਲੇ ਚੰਗੇ ਨਾ ਕੀਤੇ ਤਾਂ ਜਿਹੜਾ ਸਾਡਾ ਆਪਣਾ ਵਿਦਿਆਰਥੀ ਧਨ ਹੈ, ਸਾਡਾ ਨੌਜਵਾਨ ਪੀੜ੍ਹੀ ਹੈ, ਉਹ ਵਿਦੇਸ਼ਾਂ ਵੱਲ ਜਾ ਰਹੀ ਹੈ। 10-15 ਸਾਲਾਂ ਬਾਅਦ ਸਾਡੇ ਇੱਥੇ ਮੈਨੂੰ ਤਾਂ ਲੱਗਦਾ ਨਹੀਂ ਵੀ ਜਿਹੜੇ ਨੇਤਾ ਸਾਡੇ ਕੋਲ ਝੂਠ ਮਾਰਦੇ ਨੇ ਇਹਨਾਂ ਨੂੰ ਕੋਈ ਵੋਟਾਂ ਮੰਗਣ ਵਾਲਾ ਕੋਈ ਬੰਦੇ ਦਿਸਿਆ ਕਰਨਗੇ। ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਜਾਣੀ ਹੈ। ਮੈਂ ਨੇਤਾਵਾਂ ਨੂੰ ਵੀ ਬੇਨਤੀ ਕਰੂੰਗਾ ਵੀ ਉਨੀਆਂ ਕੀ ਗੱਲਾਂ ਕਰੋ ਜਿੰਨੀਆਂ ਕਿ ਤੁਸੀਂ ਪੂਰੀਆਂ ਉਤਰ ਸਕਦੇ ਹੋ। ਜੇਕਰ ਤੁਹਾਡੀ ਚਾਬੀ ਹੈ ਜਿਹੜੀ ਉਹ ਤੁਹਾਨੂੰ ਦਿੱਲੀ ਤੋਂ ਜਾਂ ਚੰਡੀਗੜ੍ਹ ਤੋਂ ਦਿੱਤੀ ਜਾਂਦੀ ਹੈ ਤੇ ਗੱਲਾਂ ਤੁਸੀਂ ਪਿੰਡਾਂ ਦੇ ਵਿੱਚ ਵਿਕਾਸ ਦੀਆਂ ਜਾਂ ਪਿੰਡਾਂ ਦੇ ਭਲੇ ਦੀਆਂ ਜਾਂ ਸਮਾਜ ਦੇ ਭਲੇ ਦੀਆਂ ਕਰਦੇ ਹੋ ਤਾਂ ਵਧੀਆ ਗੱਲ ਨਹੀਂ ਹੈ। ਉਨੀਆਂ ਕੁ ਗੱਲਾਂ ਕਰੋ ਜਿਨ੍ਹਾਂ 'ਤੇ ਇੱਕ ਥਾਪੜ ਕੇ ਪੂਰਾ ਉਤਰ ਸਕੋ ਤੇ ਕੱਲੀਆਂ ਗੱਲਾਂ ਨਾ ਕੋਈ। ਦੇਖੋ ਕਾਂਗਰਸ ਨੇ ਪਿਛਲੇ 5 ਸਾਲਾਂ ਦੇ ਵਿੱਚ ਕੋਈ ਕੰਮ ਨਹੀਂ ਕੀਤਾ। ਕਹਿਣ ਨੂੰ ਜੋ ਮਰਜ਼ੀ ਹੈ, ਦਾਅਵੇ ਕਰੀ ਜਾਣ ਜਾਂ ਐਲਾਨ, ਇਹਨਾਂ ਨੇ ਐਲਾਨ ਹੀ ਜ਼ਿਆਦਾ ਕੀਤੇ ਆ। ਪ੍ਰੈਕਟੀਕਲੀ ਪਹਿਲਾਂ ਕੈਪਟਨ ਸਾਹਿਬ ਦੇ 4.5 ਸਾਲ ਉਹ ਆਪਦੇ ਮਹਿਲਾਂ 'ਚ ਸੌਂ ਕੇ ਗੁਜ਼ਾਰਤੇ, ਅਤੇ ਬਾਕੀ ਜਿਹੜਾ ਬਾਅਦ ਦੇ ਵਿੱਚ ਇਹਨਾਂ ਨੇ ਇੱਕ ਮੁੱਖ ਮੰਤਰੀ ਬਦਲ ਕੇ ਇੱਕ ਪੱਤਾ ਖੇਡਿਆ ਜੋ ਤੋਂ ਸਿਰਫ ਐਲਾਨ ਹੀ ਕਰਾਏ। ਚੰਨੀ ਸਾਹਿਬ ਨੇ ਸਿਰਫ ਐਲਾਨ ਹੀ ਕੀਤੇ ਆ, ਪ੍ਰੈਕਟੀਕਲੀ ਕੰਮ ਕੋਈ ਨਹੀਂ ਹੋਇਆ। ਅਤੇ ਬਾਕੀ ਰਹੀ ਗੱਲ ਹੁਣ ਦੀ ਕਿ ਹੁਣ ਕਿਹੜੀ ਪਾਰਟੀ ਦਾ ਉਹ ਹੋਊਗਾ, ਕਿ ਲੋਕਾਂ ਜੋ ਮੈਂ ਚਾਹੁੰਦਾ ਦੇਖਦਾ ਹਾਂ ਵੀ ਲੋਕ ਇੱਕ ਬਦਲ ਚਾਹੁੰਦੇ ਆ। ਲੋਕਾਂ ਨੇ ਉੱਥੇ ਦੂਸਰੀ ਜਿਹੜੀ ਕਾਂਗਰਸ ਸਰਕਾਰ ਵੀ ਦੇਖ ਲਈ ਅਤੇ ਦੂਜੀਆਂ ਪਾਰਟੀਆਂ ਵੀ ਦੇਖ ਲਈਆਂ। ਹੁਣ ਉਹ ਇੱਕ ਤੀਜਾ ਬਦਲ ਜੋ ਪਿੰਡਾਂ ਦੇ ਵਿੱਚ ਹਵਾ ਹੈਗੀ ਹੈ ਵੀ ਐਤਕੀ ਝਾੜੂ ਨੂੰ ਵੋਟ, ਜੋ ਮੇਰੇ ਖਿਆਲ ਦੇ ਵਿੱਚ ਵੀ ਝਾੜੂ ਵੱਧ ਭੀੜ ਨਾਲ ਜਿੱਤੂਗਾ। ਜਾਗਰ ਸਿੰਘ ਜੀ, ਫਿਰ ਇਲੈਕਸ਼ਨ ਨੇੜੇ ਆ ਗਈ, ਕਿਹੜੀ ਪਾਰਟੀ ਦੀ ਸਰਕਾਰ ਤੇ? ਪਾਰਟੀ ਦਾ ਜੀ ਮਾੜਾ ਮੋਟਾ ਇਹ ਸੋਚਦੇ ਆ ਵੀ ਐਤਕੀ ਝਾੜੂ ਵਾਲੀ ਬਦਲੀ ਜਾਵੇ ਜੋ ਕੋਈ ਚੰਗੇ ਕਰੂਗੀ, ਨਹੀਂ ਤਾਂ ਸਾਰੇ ਲਾਰੇ ਲਾ ਕੇ ਤੁਰ ਜਾਂਦੇ ਨੇ, ਵੋਟਾਂ ਲੈ ਲੈਂਦੇ ਨੇ, ਮੁੜ ਕੇ ਕੋਈ ਪੁੱਛਦਾ ਨਹੀਂ, ਆਖਣਗੇ ਮੈਂ ਤਾਂ ਤੈਨੂੰ ਜਾਣਦਾ ਨਹੀਂ। ਤੇ 5 ਸਾਲ ਦੀ ਜੇ ਗੱਲ ਕਰੀਏ ਫਿਰ ਕਿੰਨੇ ਕਿਸ ਇਲਾਕੇ ਦੇ ਕੰਮ ਹੋਏ? ਕੋਈ ਨਹੀਂ ਜੀ, ਇਲਾਕੇ ਦੇ ਕਿਹੜੇ ਹੁੰਦੇ ਨੇ ਆ ਸਾਡੇ ਤਾਂ ਕਾਲੀ ਪਾਰਟੀ ਵਾਲੇ ਰੁਪਏ ਬੋਰੀਆਂ ਭਰ ਕੇ ਵੰਡਦੇ ਨੇ, ਉਹਦੇ 5-4 ਮੂਹਰੇ ਹੁੰਦੇ ਨੇ, ਉਹ ਰੱਖ ਲੈਂਦੇ ਨੇ ਵੋਟਾਂ ਦੂਜਿਆਂ ਦੀਆਂ ਮੁੱਖ ਤੇ ਇਹੀ ਕੰਮ ਕਾਂਗਰਸ ਵਾਲਿਆਂ ਦਾ ਸੀ। ਦੇਸਾਂ ਰੁਪਏ ਬਥੇਰੇ ਵੰਡਦੇ ਨੇ, ਉਹ ਸਾਡੇ ਵਰਗਾਂ ਨੂੰ ਕੁਛ ਨਹੀਂ।
ਤੇ ਅਵਾਰਾ ਪਸ਼ੂਆਂ ਦੀ ਇੱਥੇ ਵੱਡੀ ਸਮੱਸਿਆ ਸੀ ਇਸ ਇਲਾਕੇ 'ਚ। ਸਮੱਸਿਆ ਮੈਂ ਤਾਂ ਕੱਲੀ ਬਠਿੰਡੇ ਵੱਡੀ ਦੇਖ ਕੇ ਆਇਆ, ਉੱਥੇ ਬੋਲੇ ਪਸ਼ੂ ਸੁਣਨੇ ਨੇ। ਜਦੋਂ ਹੁਣ ਸੁਨੇਹਾ ਮਿਲਿਆ ਵੀ 4-4 ਮਾਰੂ, ਕੋਈ ਹੜਤਾਲਾਂ ਨਹੀਂ, ਖੜਨ ਨੂੰ ਕੋਈ ਬੈਠਣ ਨੂੰ। ਤੇ ਜਿਹੜਾ ਪਿੰਡਾਂ 'ਚ ਬੁਰਾ ਹਾਲ ਆ, ਮੀਂਹ ਪੈਂਦੇ ਹੁਣ ਦੇਖਦੇ ਰਹੇ ਹਾਂ। ਸਾਡੇ ਪਿੰਡ ਦਾ ਵੱਡਾ ਇੱਥੇ ਵਾਲੇ ਨੇ 4-4 ਇਕੱਠੇ ਵਿਚਾਰੇ ਭੱਜੇ ਫਿਰਦੇ ਨੇ ਮੀਂਹ 'ਚ, ਕਿੱਥੋਂ ਉਹਨਾਂ ਦਾ ਹੱਲ ਹੋਵੇ? ਕੋਈ ਨਾ ਖੜਨ ਨੂੰ ਥਾਂ, ਨਾ ਕੱਖ ਪਾਉਣ ਨੂੰ ਥਾਂ, ਕੋਈ ਨਾ ਪਾਵੇ। ਇਹਦਾ ਪਿੰਡਾਂ ਦੀਆਂ ਪੰਚਾਇਤਾਂ ਵੀ ਇਹਦਾ ਹੱਲ ਕਰਨ ਤੇ ਸਰਕਾਰਾਂ ਵੀ ਕਰਨ, ਕੋਈ ਸਹਾਇਤਾ ਸਰਕਾਰ ਕਰੇ, ਕੁਛ ਪਿੰਡ ਵਾਲੀ ਪੰਚਾਇਤਾਂ ਕਰਨ। ਸਾਰੇ ਪਿੰਡਾਂ, ਜਿਹੜਾ ਵੱਡਾ ਪਿੰਡ ਆ ਉੱਥੇ ਬਾਹਲੇ, ਜਿਹੜੇ ਥੋੜਾ ਪਿੰਡ ਉੱਥੇ ਥੋੜੇ, ਸਾਰਿਆਂ ਦਾ ਹੱਲ ਹੋ ਜਾਏਗਾ। ਪ੍ਰੋਗਰਾਮ ਦੇ ਵਿੱਚ ਵਕਤ ਇੱਕ ਛੋਟੇ ਬ੍ਰੇਕ ਦਾ ਹੋਇਆ। ਬ੍ਰੇਕ ਦੇ ਅਗਲੇਰੇ ਪਾਰ ਵੀ ਕੀ ਚਾਹੁੰਦਾ ਹੈ ਪੰਜਾਬ ਜਾਰੀ ਰਹੇਗਾ। ਬ੍ਰੇਕ ਤੋਂ ਬਾਅਦ ਮੁੜ ਤੁਹਾਡਾ ਸਵਾਗਤ ਹੈ। ਆਓ ਤਾਂ ਪੰਜਾਬ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ, ਕਸਬਿਆਂ ਦੀ ਆਮ ਲੋਕਾਂ ਦੀ ਗੱਲਬਾਤ ਕੀ ਚਾਹੁੰਦਾ ਹੈ ਪੰਜਾਬ ਦੇ ਰਾਹੀਂ ਤੁਹਾਡੇ ਸਾਹਮਣੇ ਰੱਖਦੇ ਹਾਂ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸਲ ਦੇ ਵਿੱਚ ਕੀ ਚਾਹੁੰਦਾ ਹੈ ਪੰਜਾਬ। ਕਹਿਣਾ ਇਲੈਕਸ਼ਨ ਨੇੜੇ ਆ ਗਈ, ਕਿਹੜੀ ਪਾਰਟੀ ਦੀ ਸਰਕਾਰ ਤੇ ਆਪਣਾ ਉਮੀਦਵਾਰ ਕਿਹੋ ਜਿਹਾ ਹੋਣਾ ਚਾਹੀਦਾ? ਇਮਾਨਦਾਰ ਹੋਣਾ ਚਾਹੀਦਾ ਵੀਰੇ। ਮੇਨ ਪੁਆਇੰਟ ਆ ਕੰਮ ਦਾ, ਕੰਮ ਹੋਣਾ ਚਾਹੀਦਾ, ਵਿਕਾਸ ਹੋਣਾ ਚਾਹੀਦਾ ਹੈ ਨਾ। ਤੇ ਸਾਡੇ ਵੀਰੇ ਪਿੰਡ ਦੇ ਵਿੱਚ ਮੁਫਰ ਸਾਹਿਬ ਨੇ, ਬਿਕਰਮ ਨੇ ਬਹੁਤ ਵਿਕਾਸ ਕੀਤਾ, ਕਿਉਂਕਿ ਉਨੀ ਪਾਵਰ ਵੀ ਨਹੀਂ ਸੀ, ਉਦੋਂ ਜ਼ਿਆਦਾ ਕੀਤਾ। ਸਟੇਡੀਅਮ ਤੁਸੀਂ ਜਾ ਕੇ ਦੇਖ ਸਕਦੇ ਹੋ, ਪੂਰਾ ਸੋਹਣਾ ਵਧੀਆ ਤਿਆਰ ਕੀਤਾ। ਗਲੀਆਂ ਗੁਲੀਆਂ ਦਾ ਹੋਰ ਕੰਮ ਵਧੀਆ ਕੀਤਾ। 97 ਲੱਖ ਰੁਪਏ ਲਾਇਆ ਬਈ, ਅਸੀਂ ਤਾਂ ਨਾਲ ਖੜਾਂਗੇ, ਡਟ ਕੇ ਖੜੇ। ਤੁਸੀਂ ਤਾਂ ਇਲੈਕਸ਼ਨ ਨੇੜੇ ਆ ਗਈ, ਕਿਹੜੀ ਪਾਰਟੀ ਦੀ ਸਰਕਾਰ ਤੇ ਕਿਹੋ ਜਿਹਾ ਆਪਣਾ ਕੈਂਡੀਡੇਟ ਹੋਣਾ ਚਾਹੀਦਾ? ਕੈਂਡੀਡੇਟ ਵਧੀਆ ਹੋਣਾ ਚਾਹੀਦਾ ਜਿਹੜਾ ਵਿਕਾਸ ਕਰੇ ਜੀ, ਤੇ ਮੰਨ ਕੇ ਵੀ ਕੈਂਡੀਡੇਟ ਉਸੇ ਸਰਕਾਰ ਦਾ ਹੋਣਾ ਚਾਹੀਦਾ ਜਿਹੜੀ ਸਰਕਾਰ ਆਊਗੀ। ਜਿਵੇਂ ਹੁਣ ਕਾਂਗਰਸ ਦੀ ਸਰਕਾਰ ਸੀ, ਮੁਫਰ ਸਾਹਿਬ ਇਸ ਵਾਰ ਬਣੇ ਨਹੀਂ ਸੀ ਮੰਤਰੀ, ਤੇ ਐਤਕੀ ਅਸੀਂ ਵੀ ਚਾਹੁੰਦੇ ਹਾਂ ਵੀ ਕਾਂਗਰਸ ਦੀ ਸਰਕਾਰ ਆਵੇ, ਕਾਂਗਰਸ ਦਾ ਹੀ ਮੰਤਰੀ ਬਣੇ। ਕਿਹੜਾ ਉਮੀਦਵਾਰ ਹੈ ਕਾਂਗਰਸ ਦਾ? ਕਾਂਗਰਸ ਦਾ ਜੀ ਬਿਕਰਮ ਸਿੰਘ ਮੁਫਰ ਜੀ। ਜਿੰਦਰ ਇਲੈਕਸ਼ਨ ਨੇੜੇ ਆ ਗਈ, ਕਿਹੜੀ ਪਾਰਟੀ ਨੂੰ ਪਾਉਂਗੇ ਵੋਟਾਂ 'ਚ? ਕੀ ਫਿਰ ਐਕਟਿਵ ਵੋਟਾਂ ਜੀ ਆਮ ਪਾਰਟੀ ਨੂੰ ਪਾਵਾਂਗੇ ਜੀ। ਸਾਡਾ ਜੀ ਅੰਦਰੋਂ ਜਿਹੜਾ ਮਨ ਆ, ਇਹ ਦੋਨੇ ਪਾਰਟੀਆਂ ਤੋਂ ਅਸੀਂ ਬਹੁਤ ਦੁਖੀ ਹੋਏ ਹਾਂ, ਅਕਾਲੀ ਤੇ ਕਾਂਗਰਸ ਤੋਂ। ਸਾਡੇ ਜੋ ਮੁੱਖ ਮੰਤਰੀ ਲਾਣੇ ਗਏ ਨੇ ਭਗਵੰਤ ਮਾਨ ਜੀ, ਉਹਨਾਂ ਦੀ ਧੰਨਵਾਦ ਕਰਦੇ ਹਾਂ, ਕੇਜਰੀਵਾਲ ਜੀ ਦਾ। ਅਸੀਂ ਆਉਣ ਵਾਲੇ ਸਮੇਂ 'ਚ ਕਹਿੰਦੇ ਹਾਂ ਵੀ ਸਾਡੇ ਮੁੱਖ ਮੰਤਰੀ ਆਮ ਪਾਰਟੀ ਦਾ ਭਗਵੰਤ ਮਾਨ ਹੋਵੇ, ਜੋ ਕਿ ਸੱਚਾ ਸੁੱਚਾ ਬੰਦਾ ਹੈਗਾ, ਸੱਚੀ ਗੱਲ ਕਹਿੰਦਾ ਹੈ, ਠੀਕ ਹੈ। ਇਹ ਚੋਰਾਂ ਠੱਗਾਂ ਤੋਂ ਬੰਦਾ ਵਧੀਆ ਹੈਗਾ। ਸਾਨੂੰ ਮਾਣ ਆ ਸਾਡੇ ਬਾਈ ਭਗਵੰਤ ਮਾਨ 'ਤੇ ਵੀ ਸਾਡੇ ਪੰਜਾਬ ਦਾ ਬਦਲਾਅ ਕਰ ਦੂਗਾ ਉਹ। 5 ਸਾਲ ਦੀ ਗੱਲ ਕਰੀਏ, ਕਾਂਗਰਸ ਦਾ ਰਾਜ ਸੀ, ਕਿੰਨਾ ਕੁ ਕੰਮ ਹੋਇਆ ਵਿਕਾਸ ਦਾ ਇੱਥੇ? ਸਾਡੇ ਜੋ ਵਿਕਾਸ ਦਾ ਹੀ ਕੰਮ ਹੋਇਆ ਜੀ, ਉਹੀ ਗਲੀਆਂ ਨਾਲੀਆਂ ਚੱਲੀ ਜਾਂਦਾ ਜੀ। ਕਿਹੜੇ ਕਰਨੇ ਇਹਨਾਂ ਨੇ ਕੰਮ ਜੀ? ਠੱਗੀਆਂ ਠੋਰੀਆਂ ਤੋਂ ਹੋਇਆ ਪਿਆ ਕੰਮ। ਅਕਾਲੀ ਦਲ ਦਾ ਵੀ ਉਹੀ ਹਾਲ ਆ, ਉਹੀ ਹਾਲ ਕਾਂਗਰਸ ਦਾ ਗਾ। ਅਸੀਂ ਤਾਂ ਇਹਨਾਂ ਤੋਂ ਅੱਕ ਕੇ, ਪਹਿਲਾਂ ਅਸੀਂ ਕਾਂਗਰਸ ਸੀ, ਫਿਰ ਉਹਦਾ ਮੇਰੇ ਬਾਪੂ ਜੀ ਅਕਾਲੀ ਦਲ ਚਲੇ ਗਏ, ਅਤੇ ਮੈਂ 2 ਪਲੈਣੀ ਵੋਟਾਂ ਪਾਈਆਂ ਅਕਾਲੀ ਦਲ ਨੂੰ। ਮੈਨੂੰ ਕੋਈ ਚੰਗਾ ਨਹੀਂ ਮਿਲਿਆ ਲਾਭ, ਠੀਕ ਹੈ। ਠੱਗਾ ਚੋਰਾਂ ਦੀ ਗੱਲਾਂ ਕਰਦੇ ਰਹਿੰਦੇ ਨੇ। ਮੈਂ ਐਤਕੀ ਪਹਿਲੀ ਵਾਰ ਆਮ ਪਾਰਟੀ ਦਾ ਫੁੱਲ ਜ਼ੋਰਾਂ ਦੇ ਪ੍ਰਚਾਰ ਕਰ ਰਿਹਾ। ਪਿੰਡੋਂ ਪਿੰਡੀ ਜਿੰਨੇ ਮੇਰੇ ਯਾਰ ਮਿੱਤਰ ਨੇ, ਰਿਸ਼ਤੇਦਾਰ ਨੇ, ਉਹਨਾਂ ਨੂੰ ਅਪੀਲ ਕਰ ਰਿਹਾ ਵੀ ਭਗਵੰਤ ਮਾਨ ਨੂੰ, ਆਮ ਪਾਰਟੀ ਨੂੰ ਵੋਟ ਪਾ ਕੇ ਮੁੱਖ ਮੰਤਰੀ ਬਣਾਓ। ਮੈਂ ਇਹਨਾਂ ਜਿਹੜੀਆਂ ਰਵਾਇਤੀ ਪਾਰਟੀਆਂ ਤੋਂ ਤੰਗ ਆ ਕੇ ਅਸੀਂ ਝਾੜੂ ਚੁੱਕਿਆ, ਪਿੰਡ 'ਚ ਹੋਕਾ ਦਿੱਤਾ, ਤਾਂ ਕੋਈ ਵੱਧ ਤੋਂ ਵੱਧ ਝਾੜੂ ਨੂੰ ਵੋਟਾਂ ਪਾ ਕੇ ਇੱਥੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਬਣਾਵਾਲੀ ਅਤੇ ਸਾਡੇ CM ਭਗਵੰਤ ਮਾਨ ਜੀ ਨੂੰ ਕਾਮਯਾਬ ਕਰ ਸਕੇ। ਰਵਾਇਤੀ ਪਾਰਟੀਆਂ ਨੇ ਇੰਨੇ ਤੰਗ ਕੀਤੇ ਹੋਏ ਆ ਵੀ ਇਕੱਲੇ ਗਲੀਆਂ ਨਾਲੀਆਂ ਤੱਕ ਹੀ ਰਹਿ ਗਏ। ਜਿਵੇਂ ਐਜੂਕੇਸ਼ਨ ਆ, ਰੁਜ਼ਗਾਰ ਆ, ਬੇਰੁਜ਼ਗਾਰੀ ਦੀ ਮਾਰ ਹੇਠਾਂ ਜਿਹੜੇ ਸਾਡੇ ਨੌਜਵਾਨ ਉਹ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਆ। ਇਹ ਜੋ ਕੱਢਣ ਲਈ ਅਤੇ ਹਸਪਤਾਲਾਂ ਦਾ ਬੁਰਾ ਹਾਲ ਆ, ਅਤੇ ਗੋਲੀਆਂ ਟੀਕੇ ਮਿਲਣ, ਕੋਈ ਰੋਟੀ ਮਿਲੇ ਨਾ ਮਿਲੇ, ਗੋਲੀਆਂ ਟੀਕੇ ਜਿੱਥੋਂ ਮਰਜ਼ੀ ਲੈ ਲਾ। ਐਡਾ ਬੁਰਾ ਹਾਲ ਆ ਇੱਥੋਂ ਦੇ ਰਾਜਨੀਤਿਕ ਲੋਕਾਂ ਨੇ ਕਰਿਆ ਹੋਇਆ। ਬਾਡੀ ਅਤੇ ਭ੍ਰਿਸ਼ਟਾਚਾਰ ਦਾ ਬੇਅੰਤੀ ਬੋਲਬਾਲਾ। ਕੋਈ ਨੌਕਰੀ ਦਿੱਤੀ ਨਾ ਚੰਨੀ ਨੇ ਦਿੱਤੀ, ਨਾ ਬਾਦਲ ਕਹਿੰਦੇ ਦਿੱਤੀ ਆ। ਹਰਿਆਣਾ ਜਾਂ ਰਾਜਸਥਾਨ 'ਚੋਂ ਲਿਆ ਕੇ ਲੋਕ ਇੱਥੇ ਭਰਤੀ ਕਰੇ ਹੋਏ ਆ। ਇਹਨਾਂ ਤੋਂ ਤੰਗ ਆ ਕੇ ਅਸੀਂ ਐਤਕੀ ਬਾਦਲ ਚਾਹੁੰਦੇ ਹਾਂ ਵੀ ਇਹਨਾਂ ਰਵਾਇਤੀ ਪਾਰਟੀ ਤੋਂ ਖਹਿੜਾ ਛਡਾ ਕੇ ਅਤੇ ਝਾੜੂ ਦੀ ਸਰਕਾਰ ਬਣਾਈਏ, ਅਤੇ ਆਪਦੇ ਜਿਹੜੇ ਕੰਮ ਨੇ ਇਹ ਸਰਕਾਰ ਤੋਂ ਬਲਦੇਵ ਸਿੰਘ ਜੀ, ਵਿਧਾਨ ਸਭਾ ਦੀ ਇਲੈਕਸ਼ਨ ਹੋਣ ਜਾ ਰਹੀ ਹੈ, ਕਿਹੜੀ ਪਾਰਟੀ ਦੀ ਸਰਕਾਰ ਤੇ ਕਿਹੋ ਜਿਹਾ ਆਪਣਾ ਕੈਂਡੀਡੇਟ ਹੋਣਾ ਚਾਹੀਦਾ? ਸਰਕਾਰ ਤਾਂ ਜੀ ਅਸੀਂ ਤਾਂ ਪਹਿਲਾਂ ਤਾਂ ਕਾਲੀਆਂ ਮਗਰੀ ਤੁਰੇ ਫਿਰੇ। ਅਕਾਲੀ ਆ, ਅਕਾਲੀ ਆ, ਅਕਾਲੀ ਆ, ਸਾਡੇ ਭਾਅ ਦਾ ਤਾਂ ਅਸਲੀ ਸਿੱਖ ਨੇ। ਪਰ ਇਦੋਂ ਬੇਗਦਾਰ ਤਾਂ ਅੰਗਰੇਜ਼ ਵੀ ਚੰਗੇ ਸੀ, ਇਦੋਂ ਤਾਂ 100 ਗੁਣੇ ਚੰਗੇ। ਅੰਗਰੇਜ਼ ਜੇ ਕਿਸੇ ਨੂੰ ਅਨਿਆਂ ਕਰਦਾ ਸੀ ਤਾਂ ਉਹਨੂੰ ਚਰਸਤੇ 'ਚ ਤਾਂ ਉਹ ਦਿੰਦੇ ਸੀ, ਡੰਡ ਦਿੰਦੇ ਸੀ। ਇਹਨਾਂ ਨੇ ਨਾਂ ਤਾਂ ਰੱਖੇ ਨੇ ਸੁੱਚੇ ਤੇ ਸਾਰਿਆਂ ਤੋਂ ਝੂਠੇ ਬੇਇੱਜ਼ਤੇ ਬੰਦੇ। ਫਿਰ ਬਾਹਲੀ ਗੱਲ ਕੀ ਆ, ਬਾਦਲ ਕਿਆਂ 'ਤੇ ਲਾ ਲਓ, ਕਿਸੇ ਦੀ ਕੀ ਕਹੀਏ। ਮੈਂ ਆਪਦੀ, ਮੇਰਾ ਪੋਤਾ ਕੋਠੇ ਤੋਂ ਡਿੱਗ ਪਿਆ,
ਉਹਨਾਂ ਦੇ ਕਨੈਕਟਰ ਡਰਾਈਵਰ ਆਦੇ ਸਾਡੀ ਬੱਸ 'ਚ ਚੜ੍ਹ ਨਹੀਂ ਸੀ, ਤੇਰੇ ਚੱਕ ਕੇ ਸਮਾਨ ਆਪਦੀ ਡੱਗੀ 'ਚ ਜਿੰਦਾ ਲਾ ਲਿਆ। ਐਦੂ ਤਾਨਾਸ਼ਾਹੀ ਸਰਕਾਰਾਂ ਕੀ ਹੋਣਗੀਆਂ। ਹੁਣ ਭਾਈ ਅਸੀਂ ਆਮ ਪਾਰਟੀ ਕਨੀ ਧਿਆਨ ਕਰਦੇ ਹਾਂ ਵੀ ਇਹਨਾਂ ਨੂੰ ਪਰਤਿਆ ਕੇ ਦੇਖੀਏ ਤਾਂ ਸਹੀ। ਛੇਕੜ ਆਹ ਲੁੱਟਾਂ ਤਾਂ ਨਾ ਕਰਨਗੇ ਵੀ ਜੇ ਕੋਈ ਸਾਡੀਆਂ ਗੱਡੀਆਂ 'ਚ ਵੀ ਸਾਡੀਆਂ 'ਚ ਚੜ੍ਹੋ, ਨਹੀਂ ਗੁੰਡਿਆਂ ਤੋਂ ਡਰਾਉਂਦੇ ਨਾ। ਹੁਣ ਆਹ ਸੁਸਾਇਟੀ ਹੈ ਰੇਹ ਵਾਲੀ, ਜ਼ਿਮੀਂਦਾਰਾਂ ਦੀ ਸੁਸਾਇਟੀ ਹੈ, ਬੰਦੇ ਇਹ ਰੱਖਦੇ ਨਾ, ਪ੍ਰਧਾਨ ਇਹ ਬਣਾਉਂਦੇ ਨਾ। ਇਦੂ ਲੁੱਟ ਕੀ ਹੋਊਗੀ। 100 ਗੁਣੇ ਅੰਗਰੇਜ਼ ਚੰਗੇ ਸੀ, ਇਦੂ 100 ਗੁਣੇ। ਅੰਗਰੇਜ਼ਾਂ ਨੇ ਨਹਿਰਾਂ ਗੱਡੀ ਦੀਆਂ ਲੀਹਾਂ ਤਾਂ ਬਣਾਤੀਆਂ, ਇਹਨਾਂ ਤੋਂ ਕੰਜਰਾਂ ਤੋਂ ਪੁਲ ਨਹੀਂ ਬਣੇ। ਜੇ ਬਣਾਏ ਆ ਤਾਂ ਦੱਸੋ। ਫਿਰ ਹਸਪਤਾਲ ਬਣਾਤੇ ਜੀ। ਹਸਪਤਾਲ ਦੇ ਵਿੱਚ ਮੈਨੂੰ ਐਂ ਲੱਗਦਾ ਵੀ ਕੇਸ ਬਣਾਉਣ ਵਾਸਤੇ ਤਾਂ ਹਸਪਤਾਲ ਹੈਗੇ। 26 ਬਣਾ ਲਓ, 34 ਬਣਾ ਲਓ, 23 ਬਣਾ ਲਓ। ਇਸ ਕੰਮ ਵਾਸਤੇ ਹਸਪਤਾਲ ਨਾ। ਸਕੂਲ ਹੈ, ਸਕੂਲਾਂ ਦੇ ਕੰਧਾਂ ਦੇ ਉੱਤੇ ਹੀ ਰੰਗ ਕੀਤਾ, ਵਿੱਚ ਕੋਈ ਟੀਚਰ ਨਹੀਂ ਦਿੰਦਾ, ਜਾਂ ਬਸ ਜਵਾਕ ਵਗ ਜਾਂਦੇ ਨੇ ਦਲੀਆ ਖਾਣ, ਹੋਰ ਕੋਈ ਪੜ੍ਹਾਈ ਨਹੀਂ ਦਿੰਦੀ। ਸਾਨੂੰ 50 40 ਹਜ਼ਾਰ ਰੁਪਈਆ ਜਵਾਕਾਂ ਨੂੰ ਪੜ੍ਹਾਉਣ ਵਾਸਤੇ ਪ੍ਰਾਈਵੇਟ ਸਕੂਲਾਂ 'ਚ ਲਾਉਣਾ ਪੈਂਦਾ ਹੈ, ਜਦੋਂ ਕੋਈ ਸਹੂਲਤ ਹੀ ਨਹੀਂ। ਉੱਤੋਂ ਛੱਤਾਂ ਡਿੱਗਣ ਵਾਲੀਆਂ, ਥੱਲੇ ਜਵਾਕਾਂ ਨੂੰ ਵਾੜ ਕੇ ਅਸੀਂ ਕੀ ਕਰਾਂਗੇ। ਇਸ ਕਰਕੇ ਸਾਡੇ ਤਾਂ ਪਿੰਡ 'ਚ ਕੀ ਕਹਿੰਦੇ ਆ ਵੀ ਇਲਾਕੇ 'ਚ ਹੀ ਮੇਰਾ ਖਿਆਲ ਹੈ ਵੀ ਦੋਨਾਂ ਇਹ ਕੰਮ ਖਤਮ ਹੈ, ਕਾਂਗਰਸ ਦਾ ਅਤੇ ਅਕਾਲੀਆਂ ਦਾ। ਆਮ ਪਾਰਟੀ ਭਗਵੰਤ ਮਾਨ ਜਿਵੇਂ ਵਾਅਦੇ ਕਰਦਾ, ਗੱਲਾਂ ਵੀ ਸੱਚੀਆਂ ਕਰਦਾ, ਉਹਦੇ ਹਿਰਦੇ 'ਚੋਂ ਹੀ ਗੱਲਾਂ ਸੱਚੀਆਂ ਨਿਕਲੀ ਜਾਂਦੀਆਂ ਨੇ, ਸਾਨੂੰ ਪਤਾ ਲੱਗਦਾ। ਰੱਬ ਕਿੱਥੇ ਹੈ? ਰੱਬ ਲੋਕਾਂ ਦੇ ਮੂੰਹ 'ਚ ਹੈ। ਰੱਬ ਕਿਸੇ ਨੂੰ ਕਿਤੇ ਦੀਂਦਾ ਨਹੀਂ, ਰੱਬ ਲੋਕਾਂ ਦੇ ਮੂੰਹ 'ਚ ਹੈ। ਜਦੋਂ ਲੋਕ ਥਾਂ ਸੱਚਾਈ ਨੂੰ ਸੱਚਾਈ ਕਹੀ ਜਾਂਦੇ ਨਾ, ਤੇ ਇਹੀ ਗੱਲ ਕਹਿੰਦੇ ਆ। ਮੈਂ ਤਾਂ ਆਮ ਵੀਰਾਂ ਨੂੰ, ਤੁਹਾਡਾ ਪੱਤਰਕਾਰਾਂ ਦਾ ਵੀ ਭਾਈ ਅਸੀਂ ਧੰਨਵਾਦ ਕਰਦੇ ਹਾਂ ਵੀ ਜੇ ਕੋਈ ਸਾਡੀਆਂ ਆਵਾਜ਼ਾਂ ਲੈ ਕੇ ਤੁਸੀਂ ਗਾਹਾਂ ਪਤਾ ਕਰਦੇ ਹੋ। ਤੇ ਇਹੀ ਗੱਲਾਂ ਭਾਈ। ਤੇ ਤੁਸੀਂ ਆਮ ਆਦਮੀ ਪਾਰਟੀ ਦੇ ਹੱਕ 'ਚ ਫਤਵਾ ਦੇਣ ਦੀ ਗੱਲ ਕੀਤੀ ਹੈ, ਕੌਣ ਉਮੀਦਵਾਰ ਹੈ ਭਾਈ ਇਸ ਹਲਕੇ ਤੋਂ? ਸਾਡੇ ਭਾਈ ਬਣਾਲੀ ਤੋਂ ਆ ਮੁੰਡਾ ਗੁਰਪ੍ਰੀਤ ਸਿੰਘ। ਵੀ ਅਸੀਂ ਤਾਂ ਹਜੇ ਵਿਚਾਰੇ ਨੂੰ ਉਹ ਵੀ ਨਹੀਂ ਕਰਦੇ ਵੀ ਚੱਲ ਕੋਈ ਵੀ ਹੈ, ਸਾਡਾ ਤਾਂ ਪਾਰਟੀ ਨਾਲ ਮਸਲਾ ਹੈ ਜੀ। ਜਿਹੜਾ ਪਾਰਟੀ ਨੇ ਜਿਹੜੇ ਨੂੰ ਨਿਸ਼ਾਨ ਦੇਤਾ, ਉਮੀਦਵਾਰ ਦੇਤਾ, ਅਸੀਂ ਤਾਂ ਉਸ ਬੰਦੇ ਨੂੰ ਉਹ ਕਰਨਾ। ਸਾਡੇ ਕੰਨੀ ਗੁਰਪ੍ਰੀਤ ਨੂੰ ਕਹਿ ਦਿੰਦਾ, ਭਗਵੰਤ ਮਾਨ ਸਾਡੇ ਕੰਨੀ ਚਾਹੇ ਕਿਸੇ ਨੂੰ ਕਹਿ ਦਿੰਦਾ। ਅਸੀਂ ਤਾਂ ਪਾਰਟੀ ਮਗਰ ਚੱਲਣਾ। ਅਸੀਂ ਇਹ ਚਾਹੁੰਦੇ ਹਾਂ ਵੀ ਜੇ ਇਹ ਪਾਰਟੀ ਐਂ ਤਾਂ ਦੇਖ ਲਈਏ ਵੀ ਚੱਲ ਇੰਨਾ ਜਿੰਨਾ ਤਾਂ ਨਹੀਂ ਲੁੱਟਣਗੇ, ਚੱਲ ਜੇ ਘੱਟ ਲੁੱਟ ਲੈਣਗੇ ਥੋੜ੍ਹਾ ਕਹਿਣਾ, ਕੁੱਟਣਗੇ ਤਾਂ ਨਹੀਂ, ਲੁੱਟ ਤਾਂ ਚੱਲ ਲੈਣਗੇ। ਉਹ ਬਾਦਲ ਕੇ ਕੁੱਟਦੇ ਨਾ ਤੇ ਸਾਡੀ ਬੱਸ 'ਚ ਚੜ੍ਹੋ, ਮੇਰੇ ਨਾਲ ਹੱਡ ਬੀਤੀ ਗੱਲ ਹੈ। ਕੋਈ ਵੀ ਕਾਲੀ ਆ ਕੇ ਮੇਰੇ ਨਾਲ ਪ੍ਰੂਫ ਕਰ ਲੈ, ਮੈਂ ਪ੍ਰੂਫ ਦਿੰਦਾ ਇਸ ਗੱਲ ਦਾ। ਵੀ ਆਦੇ ਸਾਡੀ ਬੱਸ 'ਚ ਚੜ੍ਹੋ, ਨਹੀਂ ਮੇਰਾ ਸਮਾਨ ਜਿਹੜਾ ਸੀਗਾ ਚੱਕ ਕੇ ਡੱਗੀ 'ਚ ਜਿੰਦਾ ਲਾ। ਵੋਟਾਂ ਅਸੀਂ ਕਾਂਗਰਸ ਸਰਕਾਰ ਦੇ ਬਣਾਉਣੇ ਚਾਹੁੰਦੇ ਹਾਂ ਜੀ। ਚਰਨਜੀਤ ਚੰਨੀ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਾਂ। ਬਿਕਰਮ ਸਿੰਘ ਮੋਫਰ ਨੂੰ, ਇਹਨੂੰ MLA ਜਿੱਤਿਆ ਕੇ ਇਹਨੂੰ ਵੀ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰਾਉਣਾ ਚਾਹੁੰਦੇ ਹਾਂ, ਕਿਉਂਕਿ ਸਾਡੇ ਕੋਈ ਵੀ ਹਾਲੇ ਤੱਕ ਬਹੁਤ ਮਤਲਬ ਪਲਾਨਾਂ ਤੋਂ ਇੱਥੇ ਕੋਈ ਵੀ ਮੰਤਰੀ ਨਹੀਂ ਹੈਗਾ ਕਾਂਗਰਸ ਦਾ ਹਾਲੇ ਤੱਕ। ਜੇ ਕੋਈ ਹੁਣ ਸਰਕਾਰ ਆਊ ਕਾਂਗਰਸ ਦੀ ਤਾਂ ਹੀ ਇਹ ਮਤਲਬ ਮੰਤਰੀ ਲੈਤਾ ਜਾਊਗਾ ਤੇ ਤਾਂ ਹੀ ਸਾਡੇ ਇਲਾਕੇ ਦਾ ਕੋਈ ਨਾ ਕੁਛ ਵਿਕਾਸ ਹੋਊਗਾ। ਪਿਛਲੇ 5 ਸਾਲਾਂ 'ਚ ਕਾਂਗਰਸ ਦਾ ਰਾਜ ਸੀਗਾ, ਕਿੰਨੇ ਕੰਮ ਹੋਏ? ਕੰਮ ਬਹੁਤ ਹੋਇਆ ਜੀ, ਬਹੁਤ ਜ਼ਿਆਦਾ। ਕਰੋੜ ਰੁਪਈਆ ਹਰੇਕ ਪਿੰਡ 'ਚ ਦਿੱਤਾ ਹੈ। ਕਰੋੜ ਰੁਪਈਆ ਆ ਗਿਆ, ਉਹਦੇ ਵਿਕਾਸ ਦੇ ਹਿਸਾਬ ਨਾਲ ਹੀ ਵੋਟ ਪੈਣੀ ਹੈ ਤੇ ਪਊਗੀ ਵਿਕਾਸ ਦੇ ਹਿਸਾਬ ਨਾਲ ਵੋਟ। ਸਰਕਾਰ ਮਤਲਬ ਆ ਰਹੀ ਹੈ ਤੇ ਚਾਂਸ ਸਾਨੂੰ ਹੈਗਾ ਵੀ ਇਹ ਮੰਤਰੀ ਵੀ ਲੈ ਜਾਊਗਾ। ਬਿਕਰਮ ਨੂੰ ਪੂਰੀ ਚਾਂਸ ਨੇ ਸਾਨੂੰ ਵੀ ਇਹਨੂੰ ਮੰਤਰੀ ਲਿਆ ਜਾਊਗਾ। ਇਸ ਵਾਰ ਜਿਹੜਾ ਹੈਗਾ ਲੋਕਾਂ ਨੇ 70 ਸਾਲ ਹੋ ਗਏ ਬਈ ਅਕਾਲੀ ਤੇ ਕਾਂਗਰਸ ਨੂੰ ਵੇਖਦੇ ਨੂੰ। ਲੋਕ ਚਾਹੁੰਦੇ ਆ ਵੀ ਇਹਨਾਂ ਤੋਂ ਅੱਕ ਚੁੱਕਿਆ। ਭ੍ਰਿਸ਼ਟਾਚਾਰ, ਨਸ਼ਾ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਕਿੰਨੇ ਮਾਫੀਆ, ਕਿੰਨੇ ਗਿਣਿਆ ਵਾ। ਲੋਕ ਅੱਕ ਚੁੱਕੇ, ਇਸ ਕਰਕੇ ਲੋਕ ਤੀਸਰੇ ਬਦਲਾਅ ਨੂੰ ਚਾਹੁੰਦੇ ਆ। ਠੀਕ ਹੈ, ਇੱਕ ਵਾਰੀ ਮੌਕਾ ਭਗਵੰਤ ਮਾਨ ਨੂੰ, ਕੇਜਰੀਵਾਲ ਨੂੰ ਲੋਕਾਂ ਨੇ ਬਣਾ ਚੁੱਕਿਆ। ਹਲਕਾ ਸਲੂੜ ਤੋਂ ਇਸ ਵਾਰੀ ਗੁਰਪ੍ਰੀਤ ਸਿੰਘ ਬਰਨਾਲੀ ਜੋ ਆਮ ਦੇ ਉਮੀਦਵਾਰ ਨੇ ਉਸ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ। ਜੇ ਪਿਛਲੇ 5 ਸਾਲਾਂ ਦੀ ਗੱਲ ਕਰ ਲਈਏ, ਇਸ ਹਲਕੇ ਦਾ ਕਿੰਨਾ ਕੁ ਵਿਕਾਸ ਹੋਇਆ ਕਾਂਗਰਸ ਦੇ ਰਾਜ 'ਚ? ਨਹੀਂ, ਕਾਂਗਰਸ ਦੀ ਰਾਜ ਦੇ ਵਿੱਚ ਲੋਕਾਂ ਦਾ ਜਾਂ ਪਿੰਡਾਂ ਦਾ ਵਿਕਾਸ ਨਹੀਂ ਹੋਇਆ। ਇਹ ਖੁਦ ਜਿਹੜੇ ਇਹ ਮੰਤਰੀ ਨੇ ਉਹਨਾਂ ਦਾ ਵਿਕਾਸ ਹੋਇਆ। ਹੁਣ ਜਿਵੇਂ ਚੰਨੀ ਹੈ, ਚੰਨੀ ਦੇ ਰਿਸ਼ਤੇਦਾਰ ਤੋਂ 10 ਕਰੋੜ ਰੁਪਈਆ ਫੜਿਆ 3 ਮਹੀਨੇ ਵਿੱਚ। ਪਹਿਲਾਂ 4.5 ਸਾਲ ਕੈਪਟਨ ਅਮਰਿੰਦਰ ਸਿੰਘ ਜਮਾ ਮਹਿਲਾ 'ਚੋਂ ਬਾਹਰ ਹੀ ਨਹੀਂ ਨਿਕਲਿਆ, ਲੋਕਾਂ ਦੀ ਸਾਰ ਨਹੀਂ ਪੁੱਛੀ। ਇਹਨਾਂ ਦੇ ਆਪ ਦੇ ਵਿਕਾਸ ਜ਼ਰੂਰ ਹੋਇਆ, ਪੰਜਾਬ ਦੇ ਲੋਕਾਂ ਦਾ ਕੋਈ ਵਿਕਾਸ ਨਹੀਂ। ਕਾਂਗਰਸ ਪਾਰਟੀ ਦੀ ਸਰਕਾਰ ਹੋਣੀ ਚਾਹੀਦੀ ਜੀ। ਬਿਕਰਮਜੀਤ ਸਿੰਘ ਵਰਗਾ ਉਮੀਦਵਾਰ ਹੋਣਾ ਚਾਹੀਦਾ ਜੀ, ਕਿਉਂਕਿ ਇਹਨੇ ਪਿੰਡਾਂ ਦੇ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਹੋਣ ਦੇ ਨਾਤੇ ਪਿੰਡਾਂ ਦਾ ਬਹੁਤ ਵਿਕਾਸ ਕੀਤਾ। ਹਰ ਇੱਕ ਪਿੰਡ 'ਚ 2-3 ਕਰੋੜ ਰੁਪਏ ਇੱਕ ਪਿੰਡ ਨੂੰ ਦਿੱਤਾ ਹੋਇਆ। ਇਲਾਕੇ ਦੀ ਨਹਿਰ ਬਦਲੀ ਪਈ ਆ, ਸੜਕਾਂ ਤੇ ਖੇਡਾਂ ਦੇ ਗਰਾਊਂਡ ਬਹੁਤ ਵੱਡੇ ਪੱਧਰ 'ਤੇ ਕੰਮ ਕੀਤਾ ਹੋਇਆ ਜੀ। ਤੇ ਇਸ ਵਾਰ ਫਿਰ ਫਤਵਾ ਇਸ ਦੇ ਹੱਕ 'ਚ? ਹਾਂ, ਇਸ ਵਾਰ ਫਤਵਾ ਸਭ ਤੋਂ ਵੱਧ ਲੀਡ ਤੇ 15-20 ਹਜ਼ਾਰ ਦੀ ਲੀਡ ਤੇ ਜਿੱਤੂਗਾ ਬਿਕਰਮਜੀਤ ਸਿੰਘ ਜੀ। ਸਭ ਤੋਂ ਤਕੜਾ ਕੈਂਡੀਡੇਟ ਚੰਨੀ ਦੀ ਚਾਹੁੰਦੇ ਆ ਜਿਸ ਤਾਂ
ਤੇ ਤੁਹਾਡੇ ਹਲਕੇ ਤੋਂ ਕੌਣ ਐਮਐਲਏ ਮੁਫਰ ਸਾਹਿਬ ਜੀ ਵਿਕਰਮਾ ਉਹਨੂੰ ਚਾਹੁੰਦੇ ਆ ਜੀ। ਤੇ ਉਹਨੇ ਕੰਮ ਕਿੰਨੇ ਕੀਤੇ ਨੇ? ਬਹੁਤ ਚੰਗੇ ਕੰਮ ਕੀਤੇ ਜੀ ਉਹਨਾਂ ਨੇ। ਸਰਕਾਰ ਤਾਂ ਦੇਖੋ ਜੀ 70 ਸਾਲ ਹੋ ਗਏ, ਅਕਾਲੀਆਂ ਦੀ ਵੀ ਰਹਿ ਚੁੱਕੀ ਬਹੁਤ ਚਿਰ, ਕਾਂਗਰਸ ਦੀ ਵੀ ਰਹਿ ਚੁੱਕੀ। ਹੁਣ ਮੌਕੇ ਤੇ ਕਾਂਗਰਸ ਦੀ ਸੀਗੀ, ਪਰ ਹੁਣ ਤਾਂ ਇਹਨਾਂ ਨੇ ਜਮਾ ਖਤਮ ਹੀ ਕਰਤਾ, ਸਾਰਾ ਪੰਜਾਬ ਦਾ ਬੇੜਾ ਗਰਕ ਕਰਤਾ। ਪਹਿਲਾਂ ਕੈਪਟਨ ਨੇ ਕਿੰਨੀਆਂ ਸਮਾਂ ਖਾਧੀਆਂ ਸੀਗੀਆਂ, ਤੇ ਸਾਡੇ ਹਲਕੇ ਵੀ ਗੱਲ ਦੇਖੋ ਸਰਦੂਲਗੜ੍ਹ ਚ ਤਾਂ ਜਿਹੜੇ ਮੁਫਰ ਕੇ ਪਰਿਵਾਰ ਨੇ ਬਹੁਤ ਲੋਕਾਂ ਨੂੰ ਦੁਖੀ ਕੀਤਾ। ਇੱਥੇ ਲੋਕਾਂ ਤੋਂ ਮੁਫਰ ਪਰਿਵਾਰ ਤੋਂ ਦੁਖੀ ਨੇ। ਉਹ ਕੈਪਟਨ ਕਰ ਗਿਆ ਕੁਛ, ਚੰਨੀ ਜਿਹੜਾ ਹੈਗਾ ਸੀਗਾ ਤੁਹਾਡੇ ਸਾਹਮਣੇ ਈਡੀ ਨੇ ਉਹਦਾ ਪਰਦਾਫਾਸ਼ ਕਰ ਹੀ ਦਿੱਤਾ, ਇਹ ਕਹਿਣ ਦੀ ਲੋੜ ਨਹੀਂ। ਬਾਕੀ ਹੁਣ ਕੇਜਰੀਵਾਲ ਦੀ ਸਰਕਾਰ ਲੋਕ ਭਾਲਦੇ ਨੇ। ਦਿੱਲੀ ਵਿੱਚ ਜਿਵੇਂ ਉਹਨੇ ਸਹੂਲਤਾਂ ਦਿੱਤੀਆਂ ਨੇ, ਸਾਨੂੰ ਸਿੱਖਿਆ ਦੀ ਸਹੂਲਤ ਦਿੱਤੀ ਆ, ਹਸਪਤਾਲ ਖੋਲ੍ਹੇ ਨੇ, ਇਹ ਜਿਹੀਆਂ ਸਹੂਲਤਾਂ ਦੀ ਆਪਾਂ ਨੂੰ ਲੋੜ ਆ ਪੰਜਾਬ 'ਚ। ਜੇਕਰ ਕੇਜਰੀਵਾਲ ਦਿੱਲੀ ਵਰਗੀ ਸਰਕਾਰ ਇੱਥੇ ਆਉਂਦੀ ਆ ਤਾਂ ਇਦੋਂ ਚੰਗਾ ਕੋਈ ਕੁਛ ਨਹੀਂ ਹੋ ਸਕਦਾ। ਤੇ ਕੇਜਰੀਵਾਲ ਦਾ ਕਿਹੜਾ ਉਮੀਦਵਾਰ ਤੁਹਾਡੇ ਹਲਕੇ ਤੋਂ? ਗੁਰਪ੍ਰੀਤ ਸਿੰਘ ਬਣਾਵਾਲੀ ਐਡਵੋਕੇਟ, ਬਹੁਤ ਵਧੀਆ ਵਕੀਲ ਆ ਉਹ, ਬਹੁਤ ਵਧੀਆ ਬੰਦਾ, ਮਿਲਵਰਤਨ ਵਾਲਾ ਗਾ, ਵਧੀਆ ਲੋਕਾਂ 'ਚ ਵਿਚਰਦਾ ਰਿਹਾ ਉਹ, ਤੇ ਉਹਦਾ ਸਾਨੂੰ 95% ਪੂਰੀ ਉਮੀਦ ਆ ਵੀ ਉਹ ਲੇਖਮ ਸਿੰਘ ਜੀ, ਇਲੈਕਸ਼ਨ ਨੇੜੇ ਆ ਗਈ, ਕਿਹੜੀ ਪਾਰਟੀ ਦੀ ਸਰਕਾਰ ਤੇ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ? ਸਰਕਾਰ ਤਾਂ ਇੱਕ ਕਾਂਗਰਸ ਦੀ ਚਾਹੁੰਦੇ ਆ। ਤੇ ਕਿਹਨੂੰ ਬਣਾਉਂਗੇ ਐਮਐਲਏ ਤੋਂ? ਐਮਐਲਏ ਬਿਕਰਮ ਸਿੰਘ ਮੁਖਰ। ਕਿਹੜੀ ਪਾਰਟੀ ਦੇ ਨੇ? ਕਾਂਗਰਸ। ਇਹ 5 ਸਾਲਾਂ ਦੀ ਗੱਲ ਕਰੀਏ, ਕਿੰਨੇ ਕੰਮ ਹੋਏ ਨੇ ਪਿੰਡ ਦੇ? ਪਿੰਡ ਦੇ ਸਾਡੇ ਵਧੀਆ ਕੰਮ ਹੋਏ ਜੀ। ਵੇਖਿਆ ਔਰ ਸੁਣਿਆ ਤੁਸੀਂ ਕਿ ਲੋਕਾਂ ਦੀਆਂ ਉਹ ਛੋਟੀਆਂ-ਛੋਟੀਆਂ ਸਮੱਸਿਆਵਾਂ ਜਿਹੜੀਆਂ ਫਿਰ ਕਿਤੇ ਜਾ ਕੇ ਮੁੱਦਾ ਆਧਾਰਿਤ ਰਾਜਨੀਤੀ ਦੀ ਗੱਲ ਕਰਦੀਆਂ ਹਨ। ਪਰ ਇਹ ਤੁਸੀਂ ਦਰਸ਼ਕੋ ਆਪ ਧਿਆਨ ਰੱਖਣਾ ਹੈ ਕਿ ਮੁੱਦਾ ਆਧਾਰਿਤ ਰਾਜਨੀਤੀ ਕਰਨ ਵਾਲੀ, ਏਜੰਡਾ ਬੇਸਡ ਪੋਲਿਟਿਕਸ ਕਰਨ ਵਾਲੀ ਜੇਕਰ ਕੋਈ ਧਿਰ ਤੁਹਾਨੂੰ ਨਜ਼ਰ ਆਉਂਦੀ ਹੈ, ਜਾਂ ਜੇਕਰ ਕੋਈ ਸਿਆਸਤਦਾਨ ਨਜ਼ਰ ਆਉਂਦਾ ਹੈ, ਤਾਂ ਉਸ ਦਾ ਜ਼ਰੂਰ ਤੁਸੀਂ ਆਪਣੇ ਵੱਲੋਂ ਸਮਰਥਨ ਜਾਂ ਹਮਾਇਤ ਕਰ ਸਕਦੇ ਹੋ। ਫਿਲਹਾਲ ਅਸੀਂ ਤੁਹਾਡੇ ਤੋਂ ਲਵਾਂਗੇ ਇਜਾਜ਼ਤ, ਪਰ ਜੁੜੇ ਰਹੋ, ਬਣੇ ਰਹੋ ਜਸ ਪੰਜਾਬੀ, ਜਸ ਟੀਵੀ ਦੇ ਨਾਲ, ਤੇ ਵੇਖਦੇ ਰਹੋ ਪ੍ਰੋਗਰਾਮ ਕੀ ਚਾਹੁੰਦਾ ਹੈ ਪੰਜਾਬ।